Hi friends, this is Pradeep Singh and you are watching my YouTube channel G for You Grammar for You। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪਾਸਟ ਇੰਡੈਫੀਨਿਟ ਦੇ ਵਿੱਚ। ਜਿਵੇਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਜਿਹੜਾ ਵੀ ਟੈਂਸ ਸਿੱਖਣ ਜਾ ਰਹੇ ਹਾਂ ਉਸ ਦਾ ਨਾਮ ਸਾਨੂੰ ਪਤਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਉਸ ਵਾਕ ਦੀ ਉਸ ਟੈਂਸ ਦੀ ਪਹਿਚਾਣ ਕੀ ਹੈ ਇਸ ਗੱਲ ਬਾਰੇ ਪਤਾ ਹੋਣਾ ਚਾਹੀਦਾ ਹੈ। ਫਿਰ ਵਰਤਿਆ ਕਿੱਥੇ ਜਾਂਦਾ ਹੈ ਇਸ ਗੱਲ ਬਾਰੇ। ਉਸ ਤੋਂ ਬਾਅਦ ਸਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ ਕਿ ਉਹ ਵਾਕ ਨੂੰ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਜਿਹੜਾ ਅਸੀਂ ਸਿੱਖ ਚੁੱਕੇ ਹਾਂ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪਾਸਟ ਇੰਡੈਫੀਨਿਟ ਬਾਰੇ। ਸੋ ਸਭ ਤੋਂ ਪਹਿਲਾਂ ਆਪਾਂ ਇਹਦਾ ਨਾਮ ਜਿਹੜਾ ਹੈ ਉਹ ਲਿਖਦੇ ਹਾਂ। ਸੋ ਆਪਾਂ ਸਿੱਖਣ ਜਾ ਰਹੇ ਹਾਂ ਪਾਸਟ ਇੰਡੈਫੀਨਿਟ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਸ ਚੀਜ਼ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਟੈਂਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਪਾਸਟ ਇੰਡੈਫੀਨਿਟ। ਸੋ ਇਸ ਦੀ ਪੰਜਾਬੀ ਦੇ ਵਿੱਚ ਪਹਿਚਾਣ ਕੀ ਹੁੰਦੀ ਹੈ? ਸੋ ਪੰਜਾਬੀ ਦਾ ਉਹ ਹਰੇਕ ਵਾਕ ਜਿਸ ਦੇ ਅੰਤ ਵਿੱਚ ਕੰਨਾ, ਬਿਹਾਰੀ ਜਾਂ ਲਾਮ ਆਵੇ ਤਾਂ ਉਸ ਨੂੰ ਆਪਾਂ ਪਾਸਟ ਇੰਡੈਫੀਨਿਟ ਵਾਕ ਕਹਿੰਦੇ ਹਾਂ। ਉਦਾਹਰਣ ਦੇ ਤੌਰ ਤੇ ਅਸੀਂ ਸਕੂਲ ਗਏ, ਅਸੀਂ ਸਕੂਲ ਗਏ। ਸੋ ਨੋਟ ਕਰੋ ਕਿ ਇਸ ਵਾਕ ਦੇ ਅੰਤ ਵਿੱਚ ਲਾਮ ਆ ਰਿਹਾ ਹੈ। ਸੋ ਇਹ ਇੱਕ ਪਾਸਟ ਇੰਡੈਫੀਨਿਟ ਦਾ ਵਾਕ ਹੈ। ਸੋ ਉਸ ਤੋਂ ਬਾਅਦ ਉਸਨੇ ਅਖਬਾਰ ਉਸਨੇ ਅਖਬਾਰ ਨਹੀਂ ਪੜ੍ਹੀ। ਸੋ ਇਸ ਵਾਕ ਦੇ ਵਿੱਚ ਅੰਤ ਤੇ ਕੀ ਆ ਰਿਹਾ ਹੈ? ਬਿਹਾਰੀ ਆ ਰਹੀ ਹੈ। ਸੋ ਇਹ ਵੀ ਵਾਕ ਜਿਹੜਾ ਹੈ ਪਾਸਟ ਇੰਡੈਫੀਨਿਟ ਦਾ ਹੈ। ਸੋ ਇਸ ਤੋਂ ਇਲਾਵਾ ਰਵੀ ਨੇ ਬਾਗ ਨਹੀਂ ਬਣਾਇਆ। ਸੋ ਨੋਟ ਕਰੋ ਕਿ ਇਹਨਾਂ ਵਾਕਾਂ ਦੇ ਅੰਤ ਵਿੱਚ ਕੰਨਾ, ਬਿਹਾਰੀ ਅਤੇ ਲਾਮ ਆ ਰਹੇ ਹਨ। ਸੋ ਇਹੀ ਪਹਿਚਾਣ ਹੁੰਦੀ ਹੈ ਕਿ ਇਹਨਾਂ ਵਾਕਾਂ ਨੂੰ ਆਪਾਂ ਪਾਸਟ ਇੰਡੈਫੀਨਿਟ ਦੇ ਵਾਕ ਕਹਿ ਸਕਦੇ ਹਾਂ। ਸੋ ਇਹਨਾਂ ਵਾਕਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਸੋ ਇਹ ਵਾਕ ਜਨਰਲੀ ਵਰਤੇ ਜਾਂਦੇ ਹਨ ਜਦੋਂ ਆਪਾਂ ਪਾਸਟ ਦੇ ਵਿੱਚ ਹੋਈਆਂ ਘਟਨਾਵਾਂ ਜਾਂ ਐਕਸ਼ਨਸ ਨੂੰ ਆਪਾਂ ਜਦੋਂ ਪ੍ਰੈਜ਼ੈਂਟ ਦੇ ਵਿੱਚ ਲਿਆ ਕੇ ਦੱਸਦੇ ਹਾਂ। ਜਿਵੇਂ ਕਿ ਮੈਂ ਕੱਲ੍ਹ ਸਕੂਲ ਨਹੀਂ ਗਿਆ, ਅਸੀਂ ਉਹਨਾਂ ਦੀ ਮਦਦ ਨਹੀਂ ਕੀਤੀ। ਸੋ ਇਸ ਤਰੀਕੇ ਦੇ ਵਾਕ ਜਿਹੜੇ ਹੈ ਉਹ ਆਪਾਂ ਪਾਸਟ ਇੰਡੈਫੀਨਿਟ ਦੇ ਵਿੱਚ ਪਾਸਟ ਇੰਡੈਫੀਨਿਟ ਦੇ ਵਾਕ ਕਹਿੰਦੇ ਹਾਂ। ਅਤੇ ਉਹਨਾਂ ਨੂੰ ਆਪਾਂ ਅਜਿਹੇ ਮੌਕਿਆਂ 'ਤੇ ਵਰਤ ਸਕਦੇ ਹਾਂ ਜਦੋਂ ਆਪਾਂ ਬੀਤੇ ਸਮੇਂ ਦੀ ਗੱਲ ਪ੍ਰੈਜ਼ੈਂਟ ਦੇ ਵਿੱਚ ਲਿਆ ਕੇ ਦੱਸਦੇ ਹਾਂ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਪਾਸਟ ਇੰਡੈਫੀਨਿਟ ਦੇ ਜਿਹੜੇ ਇਹ ਵਾਕ ਹੈ ਇਹਨਾਂ ਨੂੰ ਅੰਗਰੇਜ਼ੀ ਵਿੱਚ ਟਰਾਂਸਲੇਟ ਕਿਸ ਤਰ੍ਹਾਂ ਕੀਤਾ ਜਾਵੇ, ਇਸ ਨੂੰ ਟਰਾਂਸਲੇਟ ਕਰਨ ਦਾ ਰੂਲ ਕੀ ਹੈ। ਸੋ ਸਭ ਤੋਂ ਪਹਿਲਾਂ ਧਿਆਨ ਦੇਣ ਜੋ ਗੱਲ ਹੈ ਕਿ ਇੱਥੇ ਆਪਾਂ ਸਭ ਤੋਂ ਪਹਿਲਾਂ ਸਬਜੈਕਟ, ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਹਰ ਵਾਕ ਦੇ ਵਿੱਚ ਸਬਜੈਕਟ ਕਾਮਨ ਹੋਵੇਗਾ, ਸਬਜੈਕਟ ਆਵੇਗਾ ਹੀ ਆਵੇਗਾ। ਸੋ ਉਸ ਤੋਂ ਬਾਅਦ ਆਏਗੀ ਵਰਬ ਦੀ ਸੈਕਿੰਡ ਫਾਰਮ, ਵਰਬ ਦੀ ਸੈਕਿੰਡ ਫਾਰਮ। ਉਸ ਤੋਂ ਬਾਅਦ ਆਬਜੈਕਟ। ਇਸੇ ਤਰ੍ਹਾਂ ਨੈਗੇਟਿਵ ਦਾ ਰੂਲ ਹੈ। ਨੈਗੇਟਿਵ ਦੇ ਵਿੱਚ ਸਬਜੈਕਟ ਪਲੱਸ ਡਿਡ ਨਾਟ ਪਲੱਸ ਵਰਬ ਦੀ ਫਸਟ ਫਾਰਮ, ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ। ਇਸੇ ਤਰ੍ਹਾਂ ਹੀ ਇੰਟੈਰੋਗੇਟਿਵ ਦਾ ਰੂਲ ਹੈ। ਸੋ ਜਿਸ ਵਿੱਚ ਆਪਾਂ ਡਿਡ ਨੂੰ ਬਾਹਰ ਕੱਢ ਦਿੰਦੇ ਹਾਂ। ਸੋ ਹੈਲਪਿੰਗ ਵਰਬ ਜਿਹੜਾ ਹੈ ਇਹ ਵਾਲਾ, ਇਹਨੂੰ ਆਪਾਂ ਬਾਹਰ ਲਿਖ ਕੇ ਫਿਰ ਡਿਡ ਪਲੱਸ ਸਬਜੈਕਟ ਪਲੱਸ ਲੋਡ ਪੈਨ ਤੇ ਨਾਟ। ਲੋਡ ਪੈਨ ਤੇ ਨਾਟ ਤੋਂ ਭਾਵ ਕਿ ਜਦੋਂ ਵੀ ਕੁਛ ਵਾਕ ਇਸ ਤਰੀਕੇ ਦੇ ਹੁੰਦੇ ਆ ਜਿਹੜੇ ਇੰਟੈਰੋਗੇਟਿਵ ਵੀ ਹੁੰਦੇ ਆ ਅਤੇ ਨਾਲ ਦੀ ਨਾਲ ਨੈਗੇਟਿਵ ਵੀ ਹੁੰਦੇ ਆ। ਸੋ ਉਹਨਾਂ ਦੇ ਵਿੱਚ ਆਪਾਂ ਲੋਡ ਪੈਨ ਤੇ ਨਾਟ ਇੱਥੇ ਨਾਲ ਹੀ ਲਿਖ ਰਹੇ ਹਾਂ। ਸੋ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ। ਸੋ ਇੰਟੈਰੋਗੇਟਿਵ ਸਾਈਨ ਜਿਹੜਾ ਹੈ ਇਹ ਪਾਉਣਾ ਨਹੀਂ ਭੁੱਲਣਾ ਕਿਉਂਕਿ ਇਹ ਪੰਕਚੁਏਸ਼ਨ ਦਾ ਹਿੱਸਾ ਹੈ। ਸੋ ਜਿਸ ਵੀ ਵਾਕ ਦੇ ਵਿੱਚ ਆਪਾਂ ਹੈਲਪਿੰਗ ਵਰਬ ਨੂੰ ਬਾਹਰ ਲਾ ਰਹੇ ਹਾਂ ਉਹ ਹਮੇਸ਼ਾ ਹੀ ਯੈਸ ਔਰ ਨੋ ਵਾਲਾ ਕੁਐਸਚਨ ਅਖਵਾਉਂਦਾ ਹੈ ਕਿਉਂਕਿ ਇਸ ਦਾ ਉੱਤਰ ਹਮੇਸ਼ਾ ਹੀ ਯੈਸ ਔਰ ਨੋ ਦੇ ਵਿੱਚ ਦਿੱਤਾ ਜਾਂਦਾ ਹੈ। ਜਿਵੇਂ ਕਿ ਮੈਂ ਪਾਸਟ ਇੰਡੈਫੀਨਿਟ ਦਾ ਵਾਕ ਬੋਲਾਂ ਕਿ ਉਸਨੇ ਕੀ ਉਹ ਸਕੂਲ ਨਹੀਂ ਗਿਆ।
सो इसका उत्तर हमेशा ही आपां यस और नो दे विच देवांगे कि हाँ वो स्कूल गया जां वो स्कूल नहीं गया। ठीक है, सो उस तो बाद आपां WH वाले क्वेश्चनस की गल करांगे। सो वो वाक इंटैरोगेटिव जिहड़े है जिन्हां दे विच आपां सब तो पहलों WH वर्ड नूं बाहर रखते हैं। WH तो भाव मेरा है कि जिस विच आपां जिवें कि हू, वट, हाउ एटसैट्रा। सो ये वर्ड जिहड़े है ये बाहर आएंगे। इस तो बाद अपना हैल्पिंग वर्ब आएगा डिड, फिर तुहाडा सबजैक्ट लगेगा, फिर लोड़ पैन ते नॉट प्लस वर्ब दी फर्स्ट फॉर्म प्लस ऑब्जैक्ट। सो ये सवाल जिहड़े है लास्ट इंटैरोगेटिव साइन जिहड़ा है वो बहुत ही जरूरी है। सो इन्हां वाकां नूं आपां WH क्वेश्चन कह दिंदे हां। सो इत्थे एक तुहानूं मैं जरूरी जानकारी देना चाहांगा कि जिहड़ी वर्ब दी सैकेंड फॉर्म है वो पास्ट इंडेफिनेट दे पॉजिटिव पार्ट दे विच ही वरती जाती है कि पूरी दी पूरी इंग्लिश कह लो कि उस पूरी दी पूरी इंग्लिश दे विच जिहड़ी भी लैंग्वेज आपां सीखण जा रहे हैं इंग्लिश, इस दे विच पास्ट इंडेफिनेट दे पॉजिटिव पार्ट दे विच ही जिहड़ी है वर्ब दी दूजी फॉर्म यूज़ की जाती है। इस तो इलावा वर्ब की दूजी फॉर्म जिहड़ी है होर किते भी नहीं वरती जाती। जिवें कि आपां नूं पता है कि वर्ब दियां 3 फॉर्म्स हुंदियां है, जिवें कि आपां फर्स्ट फॉर्म, सैकेंड फॉर्म, थर्ड फॉर्म। इस तो इलावा अपनी प्रेजेंट पार्टिसिपल फॉर्म ही हुंदी है जिन्हों आपां वर्ब की फर्स्ट फॉर्म दे नाल प्लस ING जिहड़ी है वो पुट करके बनाउने हैं। सो यह वाली फॉर्म की वरतों आपां करनी है। जिवें उदाहरण के तौर पर मैं लिखा गो फर्स्ट फॉर्म है, वेंट सैकेंड फॉर्म है तो गोन थर्ड फॉर्म है। इस तो इलावा गोइंग जिहड़ी है वर्ब की फर्स्ट फॉर्म गो दे नाल ING गोइंग। सो तुसीं जिहड़ी वर्ब की सैकेंड फॉर्म है वो सिर्फ तो सिर्फ पास्ट इंडेफिनेट दे पॉजिटिव पार्ट दे विच ही वरत दिओ। नैगेटिव दे विच आपां फिर फर्स्ट फॉर्म ते ही आ जाते हैं। हुण इत्थे लॉजिक की है, कारण की है कि इत्थे फर्स्ट फॉर्म वरती जा रही है। सब तो पहली तो गल कि जिहड़ी सैकेंड फॉर्म है पॉजिटिव दे विच आ रही है वो नैगेटिव दे विच ऑलरेडी ही उन्होंने डिड के रूप दे विच तुहानूं लगा दी है, एक हैल्पिंग वर्ब के तौर पर उन्होंने वरत ली है। इस करके आपां वर्ब की सैकेंड फॉर्म जिहड़ी है वो दोबारा नहीं वरतते। सो ये गल नूं ध्यान दे विच रखना है कि जे वर्ब की फर्स्ट फॉर्म इत्थे वरत रहे हैं तो वह कारण है कोई, वह कारण यही है कि डिड के रूप दे विच अपने कोल सैकेंड फॉर्म जिहड़ी है ऑलरेडी वो आ चुकी है। जिवें कि आपां नूं पता ही है कि डू वर्ब की फर्स्ट फॉर्म है, डिड वर्ब की सैकेंड फॉर्म है, इस तो इलावा डन जिहड़ा है वो वर्ब की थर्ड फॉर्म है। सो डिड जिहड़ी है वो सैकेंड फॉर्म है तो वो नैगेटिव अपने नैगेटिव सेंटेंस दे विच आ चुकी है। इस तरह इंटैरोगेटिव दे विच भी आ चुकी है। सो इत्थे आपां वर्ब की जिहड़ी है वो फर्स्ट फॉर्म इस करके यूज़ करते हैं। सो इस नाल संबंधित कुछ उदाहरणां हैं जिहड़ियां कि मैं पहलां ही लिखियां हुई हैं ताकि अपना जिहड़ा समा है जिहड़ा वो वीडियो जिहड़ी अपनी ज़्यादा लेंथी ना होवे, इसलिए एग्जाम्पल्स मैं पहलां ही लिख के रखी हुई हैं। सो बच्चियां ने फुल तोड़े। सो नोट करो कि ये अंत विच लाम तो खत्म हो रहा है वाक, जिवें कि आपां पहचान दे विच लिखिया होया सी कि लाम बिहारी जां करना आवेगा। सो बच्चा ने फुल तोड़े। सो वर्ब की सैकेंड फॉर्म वरती गई है चिल्ड्रन प्लगड फ्लावर्स। उस तो बाद उसने मेरी मदद नहीं की। सो इस दे विच वेखो डिड नॉट आया है, यानी कि वर्ब की सैकेंड फॉर्म जिहड़ी है हेल्पिंग वर्ब के तौर पर आ चुकी है। सो ही डिड नॉट हैल्प मी, उसने मेरी मदद नहीं की। उस तो बाद की तुसीं यह किताब पढ़ी। सो इत्थे भी नोट करो कि लास्ट ते वाक की पहचान के अनुसार बिहारी आ रही है। सो डिड यू रीड दिस बुक, डिड यू रीड दिस बुक। जिवें कि आपां फॉर्मूले दे विच वेखिया है कि सब तो पहलों तुहाडा डिड आएगा, ठीक है। सो डिड प्लस सब्जैक्ट लोड पैन ते नॉट प्लस वर्ब की फर्स्ट फॉर्म प्लस ऑब्जैक्ट। सो नोट करो कि डिड आया है, उस तो बाद सब्जैक्ट आया है, उस तो बाद वर्ब की फर्स्ट फॉर्म प्लस ऑब्जैक्ट आया है। सो की तुसीं स्कूल क्यों नहीं गए। सॉरी इत्थे आपां गए शब्द वरतदे हां। तुसीं स्कूल क्यों नहीं गए, वाई डिड यू नॉट। सो लोड पैन ते नॉट आपां क्या सी कि आपां वरत सकते हैं। सो इत्थे आपां नॉट वरत्या है कि वाई डिड यू नॉट गो टू स्कूल, तुसीं स्कूल क्यों नहीं गए। सो ये सी अपनी एग्जाम्पल। मैं एक वाक जिहड़ा है आसान जिहा तुहाडे लई छड्ड रहा है
ਤੇ ਉਹ ਵਾਕ ਨੂੰ ਤੁਸੀਂ ਕਮੈਂਟ ਦੇ ਵਿੱਚ ਲਿਖ ਕੇ ਦੱਸਣਾ ਹੈ ਕਿ ਇਸ ਵਾਕ ਦੀ ਜਿਹੜੀ ਹੈ ਇੰਗਲਿਸ਼ ਉਹ ਕੀ ਹੋਵੇਗੀ। ਇਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਕੇ ਤੇ ਥੱਲੇ ਕਮੈਂਟ ਦੇ ਵਿੱਚ ਲਿਖਣਾ ਹੈ। ਸੋ ਮੈਂ ਆਸ ਕਰਦਾ ਹਾਂ ਕਿ ਜਿਹੜੀ ਅੱਜ ਦੀ ਵੀਡੀਓ ਹੈ ਤੁਹਾਨੂੰ ਵਧੀਆ ਲੱਗੀ ਹੋਏਗੀ। ਸੋ ਪਾਸਟ ਇੰਡੈਫੀਨਿਟ ਜਿਹੜਾ ਹੈ ਤੁਹਾਨੂੰ ਸਮਝ ਵਿੱਚ ਆਇਆ ਹੋਏਗਾ। ਮੈਂ ਇੱਕ ਵਾਰ ਫੇਰ ਰਿਵਾਈਜ਼ ਕਰ ਦਿੰਦਾ ਹਾਂ। ਸੋ ਅੱਜ ਦਾ ਜਿਹੜਾ ਟੈਂਸ ਹੈ ਉਹਦਾ ਨਾਮ ਹੈ ਪਾਸਟ ਇੰਡੈਫੀਨਿਟ। ਸੋ ਪਹਿਚਾਣ ਹੈ ਕੰਨਾ, ਬਿਹਾਰੀ, ਲਾਮ, ਯਾਨੀ ਕਿ ਕਿਸੇ ਵੀ ਵਾਕ ਦੇ ਅੰਤ ਵਿੱਚ ਜਿਹੜਾ ਹੈ ਕੰਨਾ ਆਵੇ ਜਾਂ ਬਿਹਾਰੀ ਆਵੇ ਜਾਂ ਲਾਮ ਆਵੇ, ਉਹ ਵਾਕ ਆਪਣਾ ਪਾਸਟ ਇੰਡੈਫੀਨਿਟ ਦਾ ਹੋਏਗਾ ਪੰਜਾਬੀ ਦੇ ਵਿੱਚ। ਜਿਵੇਂ ਕਿ ਅਸੀਂ ਸਕੂਲ ਗਏ, ਉਸਨੇ ਅਖਬਾਰ ਨਹੀਂ ਪੜ੍ਹੀ, ਰਵੀ ਨੇ ਵਾਕ ਨਹੀਂ ਬਣਾਇਆ। ਸੋ ਇਸ ਦੀ ਵਰਤੋਂ ਜਦੋਂ ਆਪਾਂ ਪਾਸਟ ਦੇ ਵਿੱਚ ਹੋਏ ਕੰਪਲੀਟ ਹੋਏ ਕੰਮਾਂ ਨੂੰ ਜਦੋਂ ਆਪਾਂ ਪ੍ਰੈਜ਼ੈਂਟ ਦੇ ਵਿੱਚ ਲਿਆ ਕੇ ਦੱਸਦੇ ਹਾਂ, ਸੋ ਉਦੋਂ ਆਪਾਂ ਪਾਸਟ ਇੰਡੈਫੀਨਿਟ ਦੀ ਵਰਤੋਂ ਕਰਦੇ ਹਾਂ। ਸੋ ਰੂਲ ਕੀ ਹੈ ਕਿ ਪੋਜ਼ਿਟਿਵ ਦੇ ਲਈ ਸਬਜੈਕਟ ਵਰਬ ਦੀ ਸੈਕਿੰਡ ਫਾਰਮ ਪਲੱਸ ਆਬਜੈਕਟ ਆਏਗਾ। ਨੈਗੇਟਿਵ ਦੇ ਵਿੱਚ ਤੁਹਾਡਾ ਸਬਜੈਕਟ ਪਲੱਸ ਡਿਡ ਨਾਟ ਆਏਗਾ, ਵਰਬ ਦੀ ਫਰਸਟ ਫਾਰਮ ਆਏਗੀ ਪਲੱਸ ਆਬਜੈਕਟ ਆਏਗਾ। ਇਸ ਤੋਂ ਬਾਅਦ ਇੰਟੈਰੋਗੇਟਿਵ ਹੈ, ਉਸ ਵਿੱਚ ਡਿਡ ਪਲੱਸ ਸਬਜੈਕਟ, ਲੋੜ ਪੈਣ ਤੇ ਨਾਟ, ਵਰਬ ਦੀ ਫਰਸਟ ਫਾਰਮ ਪਲੱਸ ਆਬਜੈਕਟ ਆਏਗਾ। ਇਸ ਤੋਂ ਇਲਾਵਾ WH ਦੇ ਵਿੱਚ WH ਬਾਰ ਪਲੱਸ ਡਿਡ ਪਲੱਸ ਸਬਜੈਕਟ, ਲੋੜ ਪੈਣ ਤੇ ਨਾਟ, ਵਰਬ ਦੀ ਫਰਸਟ ਫਾਰਮ ਪਲੱਸ ਆਬਜੈਕਟ, ਇੰਟੈਰੋਗੇਟਿਵ ਸਾਈਨ। ਸੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਤੁਸੀਂ ਕਿ ਜਦੋਂ ਵੀ ਤੁਸੀਂ ਕੋਈ ਵਾਕ ਬਣਾ ਰਹੇ ਹੋ ਉਸ ਦੀ ਪਹਿਚਾਣ ਪੰਜਾਬੀ ਦੇ ਵਿੱਚ ਕੀ ਨਿਕਲਦੀ ਹੈ, ਇਸ ਗੱਲ ਨੂੰ ਤੁਸੀਂ ਦਿਮਾਗ ਦੇ ਵਿੱਚ ਜ਼ਰੂਰ ਰੱਖਣਾ ਹੈ। ਸੋ ਇਹ ਵਾਕ ਤੁਹਾਡਾ ਕੰਮ ਕਿੱਥੇ ਕਿੱਥੇ ਆ ਸਕਦਾ ਹੈ। ਵੇਖੋ, ਜਦੋਂ ਵੀ ਤੁਸੀਂ ਸਟੋਰੀਜ਼ ਪੜ੍ਹਦੇ ਹੋ, ਛੋਟੀਆਂ ਬੁੱਕਸ ਦੇ ਵਿੱਚ ਸਟੋਰੀਜ਼ ਹੁੰਦੀਆਂ ਬੱਚਿਆਂ ਵਾਲੀਆਂ, ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਗ੍ਰੀਡੀ ਡੌਗ ਪੜ੍ਹਦੇ ਹਾਂ ਜਾਂ ਆਪਾਂ ਥਰਸਟੀ ਕਰੋ ਪੜ੍ਹਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਕਈ ਸਟੋਰੀਜ਼ ਹੁੰਦੀਆਂ ਜਿਹੜੀਆਂ ਹਮੇਸ਼ਾ ਪਾਸਟ ਦੇ ਵਿੱਚ ਲਿਖੀਆਂ ਹੁੰਦੀਆਂ ਹੈ। ਸੋ ਉਹਨਾਂ ਨੂੰ ਟਰਾਂਸਲੇਟ ਕਰਨ ਦੇ ਵਿੱਚ ਤੁਹਾਨੂੰ ਆਸਾਨੀ ਹੋਏਗੀ। ਦੂਸਰਾ, ਤੁਸੀਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਦਿੰਦੇ ਹੋ ਤਾਂ ਇਹ ਪਹਿਚਾਣ ਜਿਹੜੀ ਹੈ ਤੁਹਾਡਾ ਸਾਥ ਜ਼ਰੂਰ ਦੇਗੀ ਕਿਤੇ ਨਾ ਕਿਤੇ ਉਸ ਚੀਜ਼ ਨੂੰ ਡੀਸਿਫਰ ਕਰਨ ਦੇ ਲਈ, ਡੀਕੋਡ ਕਰਨ ਦੇ ਲਈ ਕਿ ਉਸ ਦੀ ਐਕਚੁਅਲ ਟਰਾਂਸਲੇਟ ਜਿਹੜੀ ਹੈ ਕੀ ਹੋਏਗੀ। ਸੋ ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚੋਂ ਪਾਸਟ ਇੰਡੈਫੀਨਿਟ ਬਾਰੇ ਕੁਝ ਮਹੱਤਵਪੂਰਨ ਜਿਹੜੀ ਜਾਣਕਾਰੀ ਮਿਲੀ ਹੋਏਗੀ। ਸੋ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਮੈਂ ਆਸ ਕਰਦਾ ਹਾਂ ਕਿ